ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ 10ਵੀਂ ਪਾਠ ਦੂਜਾ। ਪਹਿਲੇ ਪਾਠ 'ਚ ਆਪਾਂ ਸ਼ਲੋਕ ਦੇ ਨਾਲ ਇੱਕ ਪਦਾ ਵਿਚਾਰਿਆ ਸੀ, 7 ਪਦੇ ਰਹਿ ਗਏ। ਹੁਣ ਆਪਾਂ ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਦੋ ਹੀ ਪੱਖ ਸਮਝਣੇ। ਸਤਿਗੁਰੂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹੈ? ਸਾਰੀ ਜਿਹੜੀ ਅਸ਼ਟਪਦੀ ਹੈ ਰਚਨਾ ਦੀ ਆ, ਉਹ ਆਪਾਂ ਪੂਰੀ ਬੁੱਧ ਬਲ ਉਤੋਂ ਕਿਰਪਾ ਲੈਣੀ ਹੈ ਦਾਤੇ ਤੋਂ, ਸਾਨੂੰ ਸਮਝ ਆ ਜਾਵੇ ਚੰਗੀ ਤਰ੍ਹਾਂ ਵਿਚਾਰਨੀ ਹੈ ਅਸੀਂ ਰਚਨਾ ਬਾਰੇ। ਅਸ਼ਟਪਦੀ ਹੈ ਸਾਰੀ ਇਹ, ਕਿਵੇਂ ਕਿਵੇਂ ਜੀਵ ਆਉਂਦਾ ਹੈ, ਕਿਵੇਂ ਦਾ ਛੁਟਕਾਰਾ ਹੋ। ਬਾਣੀ ਤਾਂ ਆਪਾਂ ਨੂੰ ਸਮਝਾ ਰਹੀ ਹੈ, ਪਰ ਸਾਡੀ ਬੁੱਧ ਬਲ ਨਾ ਹੋਣ ਕਰਕੇ ਅਸੀਂ ਆਪਣੀ ਬੁੱਧ ਨੇ ਇਹਨੂੰ ਅਰਥਾ ਰਹੇ ਹਾਂ, ਕਿਰਾਏ ਪੈ ਜਾਂਦੇ ਹਾਂ ਅਸੀਂ। ਪਹਿਲਾਂ ਤਾਂ ਕਿਰਾਏ ਪੈ ਜਾਂਦੇ ਹਾਂ ਅਸੀਂ, ਗਤੀ ਆਤਮਾ ਦੀ ਹੋਣੀ ਆ, ਸਰੀਰ ਦੀ ਕਰੀ ਜਾਂਦੇ ਹਾਂ। ਸਰੀਰ ਦਾ ਸੋਧਣਾ ਹੁੰਦਾ ਵਾ, ਉਹਨੂੰ ਅਸੀਂ ਗਤੀ ਕਹਿਣ ਲੱਗ ਗਏ। ਗਤੀ ਆਤਮਾ ਦੀ ਹੋਣੀ ਸੀ, ਭੰਡਾਰਾ ਗਿਆਨ ਦਾ ਕਰਨਾ ਸੀ, ਅਸੀਂ ਲੰਗਰ ਦਾ, ਰਸੋਈ ਰੋਟੀ ਦੀ, ਸਰੀਰ ਦੀ, ਉਹਦੇ ਨਾਲ ਜੁੜ ਗਏ। ਇੱਥੋਂ ਕਿਰਾਏ ਪੈ ਗਏ ਅਸੀਂ। ਪਿੱਛੇ ਆਪਾਂ ਜਿਹੜਾ ਸ਼ਲੋਕ ਵਿਚਾਰਿਆ, ਨਾਲ ਆਪਾਂ ਯੋਗਾਂ ਬਾਰੇ ਵਿਚਾਰਿਆ, ਕਿਵੇਂ ਕਿਵੇਂ ਆਤਮਾ ਆਉਂਦੀ ਆ। ਆਪਾਂ ਫਿਰ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲੈ ਕੇ, ਆਨੰਦ ਸਾਹਿਬ ਦੇ ਵਚਨ ਲੈ ਕੇ ਆਪਾਂ ਫਿਰ ਵਿਚਾਰੀਏ ਕਿਵੇਂ ਇਹ ਜੀਵ ਮਾਇਆ ਦੇ ਵਿੱਚ ਲਿਪਤ ਹੁੰਦਾ ਵਾ। ਆਨੰਦ ਸਾਹਿਬ ਸਤਿਗੁਰ ਸਮਝਾਉਂਦੇ ਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਸਤਿਯੁਗ ਤੋਂ ਬਾਅਦ ਤ੍ਰੇਤਾ ਪਿੱਛੇ ਵਿਚਾਰਿਆ ਆਪਾਂ, ਦੇਵਲੋਕ ਸਰੀਰ ਨਹੀਂ ਹੁੰਦਾ, ਜੋਤ ਹੁੰਦੀ ਆ ਉੱਥੇ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਹੁਕਮ ਹੁੰਦਾ ਹੈ, ਅਸੀਂ ਦੇਹੀ ਨੂੰ ਤਰਸਦੇ ਹਾਂ, ਮਨੁੱਖਾ ਦੇਹੀ ਨੂੰ ਪੂਰਨ ਹੋਣ ਖਾਤਰ। ਇੱਥੇ ਹੁਣ ਪੂਰਨ ਹੋਣ ਆਏ ਹਾਂ, ਸਰੀਰ ਕਰਕੇ ਪੂਰਨ ਹੋ ਜਾਂਦੇ ਹਾਂ, ਆਤਮਾ ਕਰਕੇ ਅਧੂਰੇ ਰਹਿ ਜਾਂਦੇ ਹਾਂ, ਫਿਰ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ। 84 ਲੱਖ ਦਾ ਗੇੜਾ ਕੱਢ ਕੇ ਆਤਮਾ ਆਉਂਦੀ ਹੈ ਵੀ ਗਲਤੀ ਨਹੀਂ ਕਰਨੀ, ਇੱਥੇ ਆ ਕੇ ਫਿਰ ਗਲਤੀ ਕਰ ਲੈ। ਹੂੰ ਆਇਆ ਦੂਰੋਂ ਚੱਲ ਕੇ, ਤੱਕੀ ਤੋਂ ਸ਼ਰਨ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮੇ, ਮੇਰਾ ਸਭੋ ਦੁੱਖ ਗਵਾਏ। ਸਾਰੇ ਦੁੱਖਾਂ ਦਾ ਛੁਟਕਾਰਾ ਪਾਈ, ਜੰਮਣ ਮਰਨ ਤੋਂ ਛੁਟਕਾਰਾ ਹੋਣਾ ਆਪਣਾ। ਪਰ ਇੱਥੇ ਆ ਕੇ ਆਪਾਂ ਫਿਰ ਭੁੱਲ ਜਾਂਦੇ ਹਾਂ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ, ਮਰਨਾ ਭੁੱਲ ਜਾਂਦੇ ਹਾਂ। ਸੱਚ ਦੇ ਗਿਆਨ ਤੋਂ ਸਾਨੂੰ ਪਤਾ ਲੱਗਦਾ ਹੈ। ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਨੂੰ ਵਿਚਾਰੀਏ ਆਪਾਂ। ਦੇਵਲੋਕ ਤੋਂ ਬਾਅਦ ਹੁਕਮ ਆਉਂਦਾ ਹੈ ਦੂਆਪੁਰ। ਦੂਆਪੁਰ ਤੋਂ ਭਾਵ ਦੁਆਪਰ। ਆਤਮਾ ਸਰੀਰ 'ਚ ਲਿਪਤ ਹੋ ਰਹੀ ਹੈ ਉੱਥੇ ਹੁਕਮ 'ਚ। ਜਿੰਤੂ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੇ ਜਿਨੇ ਅਵਾਰਿਆ। ਸ਼ਿੰਗਾਰ ਲਾਇਆ ਜਾਂਦਾ, ਇਹਦਾ ਸਰੀਰ ਬਣਾਇਆ ਜਾਂਦਾ ਹੁਕਮ ਨਾਲ ਜੁੜ ਕੇ। ਹੁਕਮ ਹਮੇਸ਼ਾ ਹੀ ਰਹਿੰਦਾ, ਪਰ ਜਦੋਂ ਅਸੀਂ ਸਰੀਰ ਮਾਇਆ ਦਾ ਲੈ ਕੇ ਬਾਹਰ ਆਉਂਦੇ ਹਾਂ, ਫਿਰ ਹੁਕਮ ਸਾਡੀ ਪਕੜ 'ਚੋਂ ਚਲਿਆ ਜਾਂਦਾ। ਪਾਸਾ ਦੀ ਵਾਰ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਕਾਂਡ ਕ੍ਰਿਸ਼ਨ ਜਾ ਦਮ ਪਿਆ, ਇੱਥੇ ਵੀ ਭਰਮ ਪਾਇਆ ਹੋਇਆ। ਜਾਦਮਾ ਦੀ ਗੱਲ ਕਰਤੀ, ਨਹੀਂ ਪਾਈ। ਮਨ ਕਾਲਾ ਹੋ ਗਿਆ, ਕ੍ਰਿਸ਼ਨ ਤੋਂ ਭਾਵ ਕਾਲਾ। ਕਦੋਂ ਹੋ ਗਿਆ? ਜਦੋਂ ਸਰੀਰ 'ਚ ਲਿਪਤ ਹੋ ਕੇ ਇਹਨੂੰ ਸਾਹ ਆ ਗਿਆ, ਜਨਮ ਲੈ ਲਿਆ ਇਹਨੇ। ਜਾ ਦਮ ਪਿਆ, ਪਾਰ ਜਾਤ ਗੋਪੀ ਲੈ ਆਇਆ। ਆ ਗੋਪੀ ਸੁਰਤ ਮਾਇਆ 'ਚ ਆ ਗਈ, ਲਿਪਤ ਹੋ ਗਈ। ਮਾਇਆ ਨੇ ਆਪਦਾ ਖੇਲ ਵਰਤਾਤਾ। ਅੱਖਾਂ ਖੁੱਲੀਆਂ, ਸੰਸਾਰੀ ਰਿਸ਼ਤੇ ਸ਼ੁਰੂ ਹੋ ਗਏ। ਕੰਨ ਸੁਣਨ ਲੱਗ ਗਏ, ਇੱਛਾ ਪੈਦਾ ਹੋਣ ਲੱਗ ਗਈਆਂ। ਜਿਹੜੇ ਸਾਰੇ ਗਿਆਨ ਇੰਦਰੇ ਨੇ, ਸਾਰੇ ਹੀ ਮਾਇਆ ਨਾਲ ਜੋੜਨ ਵਾਲੇ ਨੇ, ਮਾਇਆ ਹੀ ਦੀ ਗਿਆਨ ਇੰਦਰੇ ਨੇ। ਮਾਇਆ ਦੇ ਰਿਸ਼ਤੇ ਵੱਧਦੇ ਚਲੇ ਗਏ, ਸੱਚ ਨੂੰ ਭੁੱਲ ਗਿਆ। ਸੱਚ ਨੇ ਨਹੀਂ ਸਾਨੂੰ ਛੱਡਿਆ, ਸੱਚ ਤਾਂ ਪ੍ਰਿਤਪਾਲਕ ਹੈ। ਬਾਣੀ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾਉਂਦੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਜਲ ਮੇ ਜੰਤੁ ਪਾਏ, ਤਿੰਨਾ ਪੀ ਰੋਜੀ ਦੇ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਟੋਟ ਨਾ ਆਵੀ, ਅਗਨਤ ਭਰੇ ਭੰਡਾਰ। ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਬਾਣੀ ਸਮਝਾਉਂਦੀ ਹੈ। ਜਪਜੀ ਸਾਹਿਬ ਵੀ ਅਸੀਂ ਰੋਜ਼ ਪੜ੍ਹਦੇ ਹਾਂ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੇ ਬੇਪਰਵਾਹ। ਸਾਰਿਆਂ ਨੂੰ ਦੇਖ ਕੇ ਖੁਸ਼ ਹੋ ਰਿਹਾ, ਉਹਦਾ ਸੁਭਾਅ ਆ। ਹੁਣ ਆਪਾਂ ਆਸਾ ਦੀ ਵਾਰ ਤੇ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਮੱਤੀ ਜਿੰਨਾ ਵੀ ਸੰਸਾਰ 'ਚ ਅਸੀਂ ਦੇਖਦੇ ਹਾਂ, ਉੱਚੇ ਉੱਚੇ ਰੁਤਬੇ ਮਾਇਆ ਦੇ, ਬੜੇ ਬੜੇ ਰਾਜ ਪਾਟ, ਬੜੇ ਬੜੇ ਅਫਸਰ ਦੇ ਅਹੁਦੇ ਜਿਹੜੇ ਸਾਨੂੰ ਮਿਲਦੇ ਨੇ, ਬੜੇ ਦੂਰ ਤੱਕ ਸਾਡਾ ਰਾਜ ਕਾਇਮ ਹੁੰਦਾ। ਇਹ ਸੰਸਾਰ ਤੱਕ ਹੀ ਸੀਮਿਤ ਹੈ। ਜਦੋਂ ਕਾਲ ਆਉਂਦਾ ਹੈ, ਬਸ ਸਾਨੂੰ ਸਰੀਰ ਛੱਡਣਾ ਪੈਂਦਾ ਹੈ। ਸਹਿ ਸਿਆਣਪਾਂ ਲੱਖ ਹੋਈ,
ਤਾਂ ਇੱਕ ਨਾ ਚੱਲੇ ਨਾਲ। ਧਰਮ ਦੀ ਦੁਨੀਆ ਜੋ ਅਸੀਂ ਮੰਨੇ ਬੈਠੇ ਹਾਂ, ਸਰੀਰ ਕਰਕੇ ਹਠ ਜੋਗ ਤਪ ਜੋਗ ਕਰਦੇ ਹਾਂ, ਉਹ ਚੋਂ ਕੀ ਪੈਦਾ ਹੋਇਆ? ਹੰਕਾਰ। ਹੰਕਾਰ ਹੀ ਕਾਲ ਸੀਗਾ, ਉਹ ਤੋਂ ਬਚਣਾ ਸੀ। ਪਰ ਗੁਰਬਾਣੀ ਤੋਂ ਬਿਨਾਂ ਕਿਵੇਂ ਬਚਾਂਗੇ? ਗੁਰੂ ਦੀ ਸ਼ਰਨ ਜਾਏ ਤੋਂ ਬਿਨਾਂ ਕਿਵੇਂ ਬਚਾਂਗੇ? ਸਤਿਗੁਰ ਆਇਓ ਸ਼ਰਨ ਤੁਆਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਇਹੀ ਤਾਂ ਆਪਾਂ ਲੈਣ ਆਏ ਸੀ, ਨਾਮ ਦੀ ਪ੍ਰਾਪਤੀ ਕਰਨ ਆਏ ਸੀ, ਉਹਦਾ ਜਸ ਕਰਨ ਆਏ ਸੀ, ਫੇਰ ਹੀ ਚਿੰਤਾ ਜਾਣੀ ਸੀ। ਅਸੀਂ ਸੋਚਣ ਲੱਗ ਗਏ, ਸੁਣਨ ਆਏ ਸੀ, ਆਇਆ ਸੁਣਨ ਪੜ੍ਹਨ ਕੋ ਬਾਣੀ, ਉਹ 'ਚ ਚਿੰਤਾ ਪੈਦਾ ਹੋ ਗਈ। ਜਿੰਨੀਆਂ ਵੀ ਮੱਤਾਂ ਨੇ ਸਤਿਗੁਰ ਸਮਝਾਉਂਦੇ ਨੇ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਸਾਰੀਆਂ ਹੀ ਮੱਤਾਂ ਇੱਥੇ ਤੱਕ ਨੇ, ਉਦੋਂ ਗਾਹ ਨਹੀਂ ਜਾ ਸਕਦੀਆਂ। ਫਿਰ ਕੀ ਕਰਦੀਆਂ ਮੱਤਾਂ ਜਦੋਂ ਅਸੀਂ ਜਨਮ ਲੈਂਦੇ ਹਾਂ ਸੰਸਾਰ 'ਚ ਮਾਇਆ ਦੇ ਵਿੱਚ ਆ ਕੇ? ਬਦੀ ਵੱਜਗ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ ਸੋਏ। ਬਦੀ ਉੱਠ ਰਹੀ ਹੈ ਸਾਡੇ ਅੰਦਰ ਸਾਰਿਆਂ ਦੇ। ਜਦੋਂ ਅਸੀਂ ਉੱਠਦੇ ਹਾਂ, ਸੁਰਤ ਸਾਡੀ ਸਿੱਧੀ ਬ੍ਰੇਨ 'ਚ ਆਉਂਦੀ ਹੈ, ਬਦੀ ਹੁੰਦੀ ਹੈ ਸਾਡੇ ਅੰਦਰ, ਵਿਰੋਧ ਸ਼ੁਰੂ ਹੋ ਜਾਂਦਾ। ਸਾਰਾ ਦਿਨ ਕਲਪਨਾ ਚੱਲਦੀ ਰਹਿੰਦੀ ਹੈ, ਵੱਜਦੀ ਹੈ, ਹੁਕਮ ਨਾਲ ਟਕਰਾਉਂਦੀ ਹੈ। ਤੈਨੂੰ ਤਾਂ ਆਵਾਜ਼ ਕਰ ਰਿਹਾ, ਤੈਨੂੰ ਤਾਂ ਇਹ ਕਲਪਨਾ ਕਰ ਰਿਹਾ ਵਾ। ਉਹ ਟਕਰਾਅ ਹੀ ਖਤਮ ਕਰਦੀ ਹੈ ਨਾ ਬਾਣੀ। ਗੁਰਚੇਲੇ ਕੀ ਸੰਧ ਮਿਲਾਵੇ, ਕਰਨੀ ਆਪੋ ਆਪਣੀ ਕੈ ਨੇੜੇ ਕੇ ਦੂਰ। ਕਰਨੀ ਆਪਾਂ ਆਪਣੇ ਚਰਨ ਨਾਲ ਦੂਰ ਚਲੇ ਗਏ, ਹੁਣ ਗੁਰ ਕੀ ਮਤ ਲੈ ਕੇ ਆਪਾਂ ਨੇੜੇ ਹੋਣਾ ਵਾ? ਆਪਣੀ ਮਤ ਦਾ ਤਿਆਗ ਕਰਨਾ ਵਾ। ਮਨ ਕੀ ਤਿਆਗੇ ਮਤੜੀ, ਸੰਗ ਪਾਲੇ ਜਾਣ ਰਹੀ। ਇੱਥੇ ਤੱਕ ਆਪਾਂ ਇਹ ਵਿਚਾਰਿਆ ਵਾ ਰਚਨਾ ਬਾਰੇ, ਜਿੰਨੀ ਕੁਦਰਤ ਨੇ ਮੱਤ ਬਖਸ਼ੀ। ਆਪਾਂ ਅੱਗੇ ਹੁਣ ਚੱਲਦੇ ਹਾਂ, ਆਪਾਂ ਦੂਆ ਪੌਦਾ ਸ਼ੁਰੂ ਕਰਦੇ ਹਾਂ। ਸਤਿਗੁਰ ਕੀ ਸਮਝਾਉਂਦੇ ਆ? ਕਈ ਕੋਟ ਪਏ ਅਭਿਮਾਨੀ, ਕਈ ਕੋਟ ਅਧ ਅੰਗ ਗਿਆਨੀ। ਅਧ ਅਗਿਆਨੀ ਨੇ ਮੰਨਦੇ ਨਹੀਂ ਹੈਗੇ, ਪਰ ਅਭਿਮਾਨੀ ਨੇ ਕਰੋੜਾਂ ਦੀ ਗਿਣਤੀ 'ਚ ਹੰਕਾਰ ਨਹੀਂ ਮੰਨਦੇ ਹੈਗੇ। ਹੰਕਾਰ ਹੋ ਜਾਂਦਾ ਉਹਨਾਂ ਨੂੰ ਆਪਣੀ ਸੰਪਤ ਦਾ, ਸੰਸਾਰੀ ਵਡਿਆਈ ਦਾ। ਬਾਬਾ ਫਰੀਦ ਜੀ ਕੀ ਕਹਿੰਦੇ ਆ? ਧਨ ਜੋਬਨ ਵਡਿਆਈਆਂ, ਗਰਭ ਜਿੰਨਾ ਆਗਾ, ਖਾਲੀ ਚੱਲੇ ਧੜੀ ਚੋਂ ਟਿੱਬੇ ਮੁਹਾਕਣ। ਜਿਵੇਂ ਟਿੱਬਿਆਂ 'ਚ ਮੀਂਹ ਪੈਂਦਾ ਭਾਈ, ਕਿਸੇ ਕੰਮ ਨਹੀਂ ਆਉਂਦਾ। ਚਾਹੇ ਐਡੀ ਉੱਚੇ ਦੀਂਦੇ ਨੇ ਉਹ, ਚਾਹੇ ਤੁਹਾਡੀ ਸੰਸਾਰ 'ਚ ਕਿੱਡੀ ਉੱਚੀ ਮੱਤ ਸੰਸਾਰ ਤੁਹਾਨੂੰ ਕਿਉਂ ਨਾ ਮੰਨਦਾ ਹੋਵੇ, ਖਾਲੀ ਚਲੇ ਜਾਂਦੇ ਹਾਂ ਇੱਥੋਂ ਅਸੀਂ ਭਾਈ। ਅਸੀਂ ਨਹੀਂ ਇਹ ਗਲਤੀ ਕਰਨੀ ਸੀ, ਗੁਰੂ ਦੇ ਲੜ ਫੜ ਕੇ ਆਪਦੇ ਘਰ ਪਹੁੰਚਣਾ ਵਾ। ਗੁਰੂ ਕਾ ਲੜ ਕੀ ਹੈ? ਗੁਰ ਕਾ ਚਰਨ ਕੀ ਹੈ? ਬਾਣੀ। ਇਹ ਆਤਮਾ ਦੇ ਚਰਨ, ਇਹ 'ਤੇ ਚੱਲ ਕੇ ਜਾਣਾ ਆਤਮਾ ਨੇ। ਜਿਹੜਾ ਪਿੰਗਲਾ, ਗੁੰਗਾ, ਇਹ ਸਾਰੇ ਮੰਨਦੇ ਹੀ ਨਾ ਉਹਨੇ। ਕਹਾਂ ਪਿੰਗਲ ਪਰ ਪਰਬਤ 'ਤੇ ਕਿਵੇਂ ਪਿੰਗਲਾ ਚੜ੍ਹਦਾ? ਉਹ ਪਿੰਗਲੇ ਦੀ ਗੱਲ ਨਹੀਂ ਹੈਗੀ। ਮਨ ਰੂਪੀ ਆਤਮਾ ਬਾਰੇ ਸਾਨੂੰ ਸਮਝਾ ਰਹੀ ਹੈ ਬਾਣੀ, ਸੰਸਾਰੀ ਉਪਦੇਸ਼ ਦੇ ਕੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮਨ ਕੋਰ। ਆਤਮਾ ਤੋਂ ਕੋਰੇ ਹੁੰਦੇ ਆ, ਪਰ ਮੰਨਦੇ ਨਹੀਂ, ਭਿੱਜਦੇ ਨਹੀਂ ਹੈਗੇ। ਕਿਰਪਨ ਕਠੋਰ ਹੁੰਦੇ ਨੇ, ਉਹਦਾ ਸੁਭਾਅ ਇਹੋ ਜਿਹਾ ਹੁੰਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੇ। ਕੋਈ ਕਰੋੜਾਂ ਲੋਕ ਇੱਕ ਦੂਜੇ ਨੂੰ ਦੁੱਖ ਦੇਣ 'ਚ ਹੀ ਰੱਖੇ ਹੋਏ ਨੇ। ਉਹਦਾ ਸੁਭਾਅ ਦੂਜੇ ਨੂੰ ਦੁੱਖ ਦੇ ਕੇ ਉਹਨਾਂ ਨੂੰ ਆਨੰਦ ਆਉਂਦਾ ਵਾ। ਕਰੋੜਾਂ ਲੋਕ ਦੂਇਆਂ ਦੇ ਠੱਗੀਆਂ ਲਾ ਲਾ ਕੇ, ਧਰਮ ਦੇ ਨਾਂ 'ਤੇ ਵੀ ਦੂਏ ਵੀ ਠੱਗੀਆਂ ਲਾ ਕੇ, ਪਰ ਦਰਬ ਕੋ ਉਹਨਾਂ ਦੀ ਦੌਲਤ ਚਰਾਉਂਦੇ ਨੇ। ਪਰ ਇਹ ਕਿਹੜਾ ਨਾਲ ਜਾਣੀ ਆ? ਸੁਤਦਾਰਾ ਪੇ ਆਨ ਲਟਾਵੇ, ਅੰਤ ਕੀ ਵਾਰ ਤੇਰੀ ਉਹ ਕੋਈ ਪਾਣੀ ਨਾ ਪਾਵੇ। ਭਗਤ ਜੀ ਤਾਂ ਐਂ ਸਮਝਾਉਂਦੇ ਆ ਭਾਈ, ਜਿਹਦੀ ਖਾਤਰ ਤੂੰ ਇਹ ਕਰਦਾ, ਮੈਂ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਹੈਗਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਕਈ ਕੋਟ ਮਾਇਆ ਸਰ ਮਾਹੇ, ਕਈ ਕੋਟ ਪਰਦੇਸ ਪਰਮਾਏ। ਸਾਰਾ ਸੰਸਾਰ ਮਾਇਆ ਦੀ ਦੌੜ 'ਚ ਲੱਗਿਆ। ਮਾਇਆ ਕਿਤੇ ਸਾਡੀ ਮੱਤ ਨਾ ਆਉਂਦੀ ਆ ਭਾਈ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਜਿਸ ਧਨ ਕੋ ਚਾਰ ਕੋ ਟੁੱਟਤਾ ਆਵੇ, ਸੋ ਧਨ ਹਰ ਸੇਵਾ ਤੇ ਪਾਵੇ। ਉਹ ਵੀ ਤਾਂ ਹਰੀ ਦੀ ਕਿਰਪਾ ਹੀ ਹੈ, ਕੁਦਰਤ ਦੀ ਕਿਰਪਾ ਹੀ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਾਇਆ ਸਾਰੀ ਉਹਦੀ ਆਗਿਆ 'ਚ, ਉਹਦੀ ਆਗਿਆ ਤੋਂ ਬਿਨਾਂ ਅਸੀਂ ਕਿਵੇਂ ਲੈ ਲਾਂਗੇ? ਪਰ ਅਸੀਂ ਹੱਡ ਜੋ ਕਰਦੇ, ਸਾਨੂੰ ਗਿਆਨ ਨਹੀਂ ਹੁੰਦਾ। ਉਹੀ ਤਾਂ ਕਾਲ ਹੈ ਸਾਡਾ। ਸਤਿਗੁਰ ਸਮਝਾਉਂਦੇ ਨੇ ਮਾਇਆ ਸਰ ਮਾਇਆ, ਉਹਦੇ ਉਦਮ 'ਚ ਲੱਗੇ ਰਹਿੰਦੇ ਨੇ। ਫਿਰ ਇੱਥੇ ਨਹੀਂ ਹੁੰਦੀ, ਪ੍ਰਦੇਸ਼ਾਂ 'ਚ ਇਕੱਠੀ ਕਰਨ ਚਲੇ ਜਾਂਦੇ ਆ। ਧਰਮ ਦੇ ਨਾਂ 'ਤੇ ਵੀ ਇਕੱਠੀ ਕਰਦੇ ਨੇ ਉਹ ਲੋਕ। ਫਿਰ ਉਹਨਾਂ ਨੂੰ ਹਿਸਾਬ ਦੇਣਾ ਪੈਂਦਾ। ਉਹ ਉਹਨਾਂ ਦਾ ਜੀਵਨ ਆ, ਉਹਨਾਂ ਨੂੰ ਹਿਸਾਬ ਦੇਣਾ ਪਊ। ਉਹ ਆਪਣਾ ਵਿਸ਼ਾ ਨਹੀਂ, ਪਰ ਆਪਾਂ ਨਹੀਂ ਇਹ ਕਰਨੀ। ਉਹ ਕਿਉਂ ਕਰਦੇ ਨੇ, ਕਾਹਤੇ ਕਰਦੇ? ਉਹਨਾਂ ਦਾ ਜੀਵਨ ਹੈ। ਸਤਿਗੁਰ ਸਮਝਾਉਂਦੇ, ਆਪਾਂ ਨਹੀਂ ਕਰਨੀ। ਉਹਨਾਂ ਬਾਰੇ ਸਮਝਾ ਰਹੇ ਨੇ ਆਪਾਂ ਨੂੰ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਜਿਤ ਚਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਰਤਾ ਹੀ ਜਾਣਦਾ ਭਾਈ। ਕਰਤੇ ਪੁਰਖ ਦੀ ਬਾਣੀ ਹੈ, ਕਰਤੇ ਪੁਰਖ ਦਾ ਜਸ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ ਆਪਾਂ ਰਹਿ ਰਸ ਵੀ ਰੋਜ਼ ਪੜ੍ਹਦੇ ਹਾਂ। ਇਹ ਰਚਨਾ ਵਾ। ਇੱਥੇ ਕੀ ਕਰਨਾ ਆਪਾਂ? ਸਰਜਾਮ ਲਾਗ ਭਵ ਜਲ ਤਰਨ ਕੇ। ਰੋਜ਼ ਰਹਿ ਰਸ ਪੜ੍ਹਦੇ ਆਪਾਂ। ਤਿਆਰੀ ਕਰਨੀ ਹੈ ਭਾਈ, ਆਪਦੇ ਘਰ ਪਹੁੰਚਣਾ ਵਾ। ਆਤਮਾ ਕਹਿੰਦੇ ਤਾਂ ਅਸੀਂ ਕੋਰਿਆ ਸਰੀਰ ਕਰਕੇ ਪੂਰਨ ਬੰਨੀ ਬੈਠੇ ਹਾਂ। ਪਿਛਲੀ ਅਸ਼ਟਪਦੀ 'ਚ ਆਪਾਂ ਕੀਤਾ ਵਾ। ਪਰਸ ਵੀ ਬਣਿਆ ਬੈਠਾ, ਬ੍ਰਹਮ ਗਿਆਨੀ ਵੀ ਬਣਿਆ ਬੈਠਾ, ਵੈਸ਼ਨੂੰ ਵੀ ਬਣਿਆ ਬੈਠਾ। ਉਹ ਸਰੀਰ ਕਰਕੇ ਆ ਭਾਈ, ਆਤਮਾ ਕਰਕੇ ਹੋਣਾ ਵਾ।
ਉਹੀ ਸਤਿਗੁਰ ਸਮਝਾਉਂਦੇ ਆ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਰਚਨਾ ਕੁਦਰਤ ਨੇ ਬਣਾਈ ਆ, ਉਹ ਜਾਣੇ ਅਸੀਂ ਕੀ ਕਰ ਸਕਦੇ ਹਾਂ। ਅਸੀਂ ਤਾਂ ਆਪਦੇ ਬਾਪ ਨੂੰ ਜਾਣਨਾ, ਮਾਂ ਪਿਤਾ ਕਾ ਜਨਮ ਕਿਆ ਜਾਣੇ ਪੂਤ, ਸੰਤਾਂ ਨੇ ਬਣਾਇਆ ਵਾ, ਅਸੀਂ ਕਿਵੇਂ ਜਾਣ ਸਕਦੇ ਹਾਂ। ਸਗਲ ਪਰੋਈ ਜਿਨ ਆਪਣੇ ਸੂਤ, ਸਾਰੀ ਜਿਹਨੇ ਪਰੋ ਕੇ ਰੱਖੀ ਆਪਣੇ ਸੂਤ 'ਚ, ਉਹਨੂੰ ਤਾਂ ਜਾਣਨਾ ਹੈ ਅਸੀਂ, ਉਹੀ ਤਾਂ ਬਾਪ ਹੈ ਸਾਡਾ। ਉਹੀ ਸਤਿਗੁਰ ਸਮਝਾਉਂਦੇ ਆ ਰਚਨਾ ਬਾਰੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਈ ਕੋਟ ਸਿੱਧ ਜਤੀ ਜੋਗੀ। ਕੋਟ ਤਾਂ ਕਿਹਾ ਵਾ, ਬਹੁ ਬਚਨ ਹੈ, ਪਤਾ ਨਹੀਂ ਇਹਦੀ ਗਿਣਤੀ ਨਹੀਂ ਕੀਤੀ ਜਾਂਦੀ। ਸਿੱਧ ਨੇ ਆਪਦੇ ਆਪ ਨੂੰ ਸਿੱਧੀ ਕਹਿਣ ਵਾਲੇ, ਜਤੀ ਨੇ ਘਰ ਬਾਰ ਛੱਡ ਕੇ ਚਲੇ ਜਾਂਦੇ ਨੇ, ਜੋਗੀ ਸੇ ਪੰਥੀ ਨੇ। ਕਈ ਕੋਟ ਰਾਜੇ ਰਸ ਭੋਗੀ, ਕਰੋੜੇ ਰਾਜੇ ਨੇ, ਆਨੰਦ ਮਾਣਦੇ ਨੇ, ਰਸ ਭੋਗਦੇ ਨੇ, ਪਰ ਅੰਤ ਨੂੰ ਕੀ ਆ, ਤਪੋ ਰਾਜ ਰਾਜੋਂ ਨਰਕ ਨੂੰ ਚਲੇ ਜਾਂਦੇ ਨੇ। ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ, ਅਨੇਕਾਂ ਤਰ੍ਹਾਂ ਦੇ ਪੰਖੀ ਨੇ, ਸਰਪ ਜੁਨੀਆਂ ਨੇ, ਪੱਥਰਾਂ ਵਰਗੇ ਸਰੀਰ ਨੇ, ਉਪਜਦੇ ਨੇ, ਬਿਨਸਦੇ ਨੇ। ਕਈ ਕੋਟ ਪਵਨ ਪਾਣੀ ਵੇ ਸੰਤਰ, ਕਈ ਕੋਟ ਦੇਸ ਭੂ ਮੰਡਲ। ਇਹ ਵੀ ਗਿਣਤੀ ਤੋਂ ਪਰੇ ਨੇ। ਕਿਉਂ ਕਿਹਾ ਸਤਿਗੁਰਾਂ ਨੇ? ਜਦੋਂ ਸਾਨੂੰ ਸੱਚ ਦਾ ਗਿਆਨ ਹੁੰਦਾ ਫਿਰ ਸਾਨੂੰ ਪਤਾ ਲੱਗਦਾ ਵਾ। ਕੇਤੀਆਂ ਖਾਣੀ ਕੇਤੀਆਂ ਬਾਣੀ, ਕੀਤੀ ਪਾਤ ਨਿਰੰਤ, ਕੀਤੀਆਂ ਸੁਰਤੀ ਸੇਵਕ, ਕੀਤੇ ਨਾਨਕ ਅੰਤ ਅਨੰਤ। ਕਿੰਨੇ ਨਰਾਂ ਦੇ ਰਾਜੇ, ਕੀ ਕੁਛ ਬਣਾਤਾ ਕੁਦਰਤ ਨੇ। ਰਚਨਾ ਦੀ ਗੱਲ ਹੈ ਨਾ ਸਾਰੀ, ਆਪਾਂ ਇਹਨੂੰ ਵਿਚਾਰਨਾ ਵਾ। ਫਿਰ ਜਿਵੇਂ ਜਿਵੇਂ ਗਿਆਨ ਵਧੀ ਜਾਂਦਾ ਫਿਰ ਸਮਝ ਆਈ ਜਾਂਦੀ ਹੈ। ਕਰੋੜਾਂ 'ਚ ਖੇਲ ਸਾਨੂੰ ਸਮਝ ਆਉਣ ਵਾਲਾ ਨਹੀਂ ਹੈਗਾ। ਕਈ ਕੋਟ ਸੱਸੀ ਅਰ ਸੂਰ ਨਕੱਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਸੱਤਰ। ਸੱਤਰਾਂ ਵਾਲੇ ਰਾਜੇ, ਇੰਦਰ ਰਾਜੇ, ਦਾਨਵ, ਦੈਂਤ, ਦੇਵ ਸੁਭਾਅ ਵਾਲੇ, ਇਹ ਵੀ ਗਿਣਤੀ ਨਹੀਂ ਕੀਤੀ ਜਾਂਦੀ। ਸੱਸੀ ਅਰ ਸੂਰ ਨਕੱਤਰ, ਤਾਰੇ, ਇਹ ਗਿਆਨਮਾਨ ਨਕੱਤਰ ਕਿਹਾ ਗਿਆ। ਰਿਸ਼ੀ ਮੁਨੀਆਂ ਨੂੰ, ਚੰਦਰਮੇ ਨੂੰ ਦੇਵਤਾ ਕਿਹਾ, ਸੂਰਜ ਨੂੰ ਦੇਵਤਾ ਕਿਹਾ। ਇਹਨੂੰ ਸਮਝਣਾ ਦੇਵਤਾ ਕੀ ਹੈ, ਉਹ ਅਗਨੀ ਹੈ, ਉਹਦੇ ਨਾਲ ਫਸਲਾਂ ਪਕਾਈਆਂ ਜਾਂਦੀਆਂ ਨੇ, ਚੰਦਰਮੇ ਨਾਲ ਰਸ ਪਾਇਆ ਜਾਂਦਾ ਵਾ। ਇਹ ਸਭ ਕੁਦਰਤ ਦਾ ਖੇਲ ਆ, ਉਹੀ ਜਾਣਦਾ ਵਾ। ਸਗਲ ਸਮਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ। ਸਾਰੀ ਜਿੰਨੀ ਆਪਾਂ ਪਿੱਛੇ ਵਿਚਾਰ ਕੀਤੀ ਹੈ, ਚੌਥਾ ਪਦਾ, ਇਹ ਤੀਜਾ, ਸਾਰੀ ਜਿਹੜੀ ਸ੍ਰਿਸ਼ਟੀ ਹੈ ਸਤਿਗੁਰ ਸਮਝਾਉਂਦੇ, ਉਹਨੇ ਗਿਆਨ ਸੋਤ ਨਾਲ ਆਪਦੇ ਪਰੋ ਕੇ ਬੰਨ੍ਹ ਕੇ ਰੱਖੀ ਹੋਈ ਹੈ। ਸਗਲ ਸਮਗਰੀ, ਆਪਾਂ ਅਰਦਾਸ ਵੀ ਕਰਦੇ ਹਾਂ, ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਕਿਹੜੇ ਸੂਤ ਨਾਲ? ਗਿਆਨ ਸੋਤ ਨਾਲ। ਕੱਲਾ ਕੱਲਾ ਜੀਵ ਬੰਨ੍ਹ ਕੇ ਰੱਖਿਆ, ਸਾਰਿਆਂ ਦੀ ਨੱਥ ਪਾਈ ਹੋਈ ਹੈ। ਨਾਨਕ ਜਿਸ ਭਾਵੇ ਤਿਸ ਤਿਸ ਨਿਸਤਾਰੇ। ਇਹ ਰਾਤ ਨਿਸੁੰਦੀ ਹੈ, ਰਾਤ। ਇਹ ਸਾਡਾ ਜੀਵਨ ਕੀ ਹੈ? ਰਾਤ। ਸੁੱਤਾ ਪਿਆ, ਇਹ ਸੁੱਤਾ ਪਿਆ ਸੁਪਨਾ ਲੈ ਰਿਹਾ ਵਾ। ਜਿਵੇਂ ਸਾਨੂੰ ਸੁੱਤੇ ਪਏ ਨੂੰ ਕੋਈ ਜਗਾ ਦੇਵੇ, ਸੁੱਤੇ ਪਿਆ ਸਾਨੂੰ ਕੁਛ ਨਹੀਂ ਸੁਣਦਾ ਹੈਗਾ, ਪਰ ਜੇ ਕੋਈ ਸਾਨੂੰ ਜਗਾ ਦੇਵੇ, ਬਾਣੀ ਜਗਾਉਂਦੀ ਆ ਆਪਾਂ ਨੂੰ। ਗੁਰ ਕਿਰਪਾ ਤੇ ਸੇ ਜਨ ਜਾਗੇ, ਰਹਿ ਰਸ ਵੀ ਰੋਜ਼ ਪੜ੍ਹਦੇ ਹਾਂ ਆਪਾਂ। ਜਿਸੇ ਜਗਾਏ ਪਿਆਏ ਇਹ ਰਸ ਅਕਥ ਕਥਾ ਤਿਨ ਜਾਨੀ, ਜਾਕੋ ਆਏ ਸੋਈ ਵਿਹਾਜੋ। ਕੀ ਕਰਨਾ ਆ? ਉਹ ਵਪਾਰ ਕਰਨਾ ਵਾ। ਹਰ ਗੁਰਤੇ ਮਨੇ ਬਸੇਰਾ, ਫਿਰ ਹਰ ਦਾ ਗਿਆਨ ਸਾਡੇ ਮਨ 'ਚ ਵੱਸਦਾ। ਨਿਜ ਕਰ ਮੈਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏਗਾ ਫਿਰ ਸਾਡਾ ਛੁਟਕਾਰਾ ਹੋਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਈ ਕੋਟ ਰਾਜਸ ਤਾਮਸ ਸੱਤ, ਕਈ ਕੋਟ ਵੇਦ ਪੁਰਾਣ ਸਿਮਰਤ ਔਰ ਸਾਸਤ। ਇਹ ਵੇਦ ਤੋਂ ਭਾਵ ਗਿਆਨ, ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾਂਦੀ। ਧਰਮ ਗ੍ਰੰਥਾਂ ਦੀ, ਰਜਗੁਣ ਤਾਮਸ ਤਮੋ ਗੁਣ ਸੱਤ, ਸੱਤੋ ਗੁਣ। ਇਸ ਸੰਸਾਰ ਰਚਿਆ ਕੁਦਰਤ ਨੇ, ਇਹਦਾ ਆਪਾਂ ਤਿਆਗ ਕਰਕੇ ਪਾਰ ਨਿਕਲਣਾ ਵਾ। ਰਜਗੁਣ ਸਤਗੁਣ ਤਮ ਗੁਣ ਕਹੀਏ ਸਭ ਤੇਰੀ ਮਾਇਆ, ਚੌਥੇ ਪਦ ਕੋ ਜੋ ਨਰ ਚੀਨੇ ਤਿਨ ਹੀ ਪਰਮ ਪਦ ਪਾਇਆ। ਉਹਨੂੰ ਸਾਰੀ ਖੇਲ ਸਮਝ ਆਉਂਦੀ ਹੈ, ਜਿਹੜੇ ਮਾਇਆ ਪਾਰ ਕਰ ਜਾਂਦੇ। ਰਜੋਗੁਣ ਰਾਜ, ਜਿਹੜੇ ਬੱਚਿਆਂ ਨੂੰ ਪਾਲਦੇ ਨੇ, ਆਪਦੇ ਕਮਾਈ ਕਰਕੇ ਲਿਆਉਂਦੇ ਨੇ। ਤਾਮਸੀ ਕ੍ਰੋਧੀ, ਜਿਹੜੇ ਦੂਜਿਆਂ ਦਾ ਧਨ ਚੁਰਾਉਂਦੇ ਨੇ। ਸੱਤੋ ਗੁਣੀ ਆਪਦੇ ਆਪ ਨੂੰ ਧਰਮ ਕਹਾਉਣ ਵਾਲੇ, ਦੇਵਤਾ ਕਹਾਉਣ ਵਾਲੇ। ਇਹ ਤਿੰਨਾਂ ਗੁਣਾਂ 'ਚ ਮਾਇਆ ਦੇ ਗੁਣ ਨੇ, ਨਾਮ ਦੇ ਨਹੀਂ ਹੈਗੇ, ਆਤਮਾ ਦੇ ਗੁਣ ਨਹੀਂ ਹੈਗੇ, ਇਹ ਮਾਇਆ ਦੇ ਗੁਣ ਨੇ। ਸਰੀਰ ਕਰਕੇ ਇਹਦੀ ਲੋੜ ਸੀਗੀ। ਪਾਪ ਪੁੰਨ ਦੋਹੂ ਪਾਈ, ਦੋਹੂ ਮਿਲ ਸ੍ਰਿਸ਼ਟ ਪਾਈ। ਪੰਚਮ ਪਾਤਸ਼ਾਹ ਨੇ ਸਮਝਾਇਆ, ਪਾਪ ਪੁੰਨ ਤੋਂ ਬਿਨਾਂ ਸ੍ਰਿਸ਼ਟੀ ਨਹੀਂ ਬਣਦੀ। ਮਨ ਪਾਪੀ ਹੈ, ਅੰਤਰਾਤਮਾ ਦੀ ਜਿਹੜੀ ਚੇਤਾ ਉਹ ਪੁੰਨੀ ਹੈ। ਜਦੋਂ ਇੱਕ ਹੋ ਜਾਂਦੇ ਨੇ, ਪੂਰਾ ਪੁੰਨਿਆ ਆਕਾਸ਼ ਉਹਨੂੰ ਕਿਹਾ ਗਿਆ ਵਾ। ਅਸੀਂ ਜਿਹੜੇ ਬਾਹਰਲੇ ਸਮੇਂ ਨਾਲ ਜੁੜੇ ਹਾਂ, ਤਿੱਥਾਂ ਵਾਰਾਂ ਨਾਲ, ਤਿੱਥਵਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ ਜਾ ਕਰਤਾ, ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਉਹ ਮਾਇਆ ਦੀਆਂ ਸਾਰੀਆਂ, ਚੰਦਰਮੇ ਦਾ ਵਧਣਾ ਘਟਣਾ, ਏਕ ਦੂਜ, ਉਹ ਸਾਰੇ ਭਗਤ ਕਬੀਰ ਜੀ ਨੇ ਆਪਾਂ ਨੂੰ ਪਹਿਲਾਂ ਹੀ ਸਮਝਾਇਆ। 15 ਤਿੱਥ ਔਰ 7 ਵਾਰ ਕਹੋ ਕਬੀਰੋ ਵਾਰ ਨਾ ਪਾਰ। ਪਾਰ ਦਾ ਗਿਆਨ ਨਹੀਂ ਹੈਗਾ, ਇੱਥੇ ਦਾ ਹੀ ਹੈ ਮਾਇਆ ਦਾ। ਸਤਿਗੁਰ ਕੀ ਸਮਝਾਉਂਦੇ ਆ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਅਨੇਕਾਂ ਪ੍ਰਕਾਰ ਦੇ ਜੰਤ, ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਰਤਨ ਸਮੁੰਦ, ਬੜੇ ਬੜੇ ਗਿਆਨਵਾਨ ਪੈਦਾ ਕੀਤੇ ਨੇ ਸੰਸਾਰ 'ਚ। ਮਾਇਆ ਖਾਤਰ ਲੋੜ ਆ ਉਹਨਾਂ ਦੀ, ਇਹ ਕੁਦਰਤ ਜਾਣਦੀ ਆ।
ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਸਵਰਨ ਹਿਰਦੇ, ਪਰਬਤ ਵਰਗੇ ਹਿਰਦੇ ਕਿਹਨਾਂ ਦੇ ਨੇ? ਗੁਰਸਿੱਖਾਂ ਦੇ। ਉਹ ਆਪਦੇ ਮੂਲ 'ਚ ਸਮਾ ਜਾਂਦੇ ਨੇ, ਜਾ ਕੇ ਸਜੀਵਨ ਹੋ ਜਾਂਦਾ ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾਂਦੀ। ਕਈ ਕੋਟ ਜਖ ਕਿੰਨਰ 50, ਕਈ ਕੋਟ ਭੂਤ ਪ੍ਰੇਤ ਸੋਕਰ ਮਿਰਕਾਸ। ਜਖ ਦੇਵਤਿਆਂ ਦੇ ਗਾਉਣ ਵਾਲੇ, ਜਿਵੇਂ ਪਿੱਛੇ ਤੋਂ ਰਾਸ ਧਾਰੀ ਜਿਹੜੇ ਆਉਂਦੇ ਸੀ, ਰਾਮਲੀਲਾ ਲੱਗਦੀਆਂ ਸੀ, ਆਪਾਂ ਦੇਖਦੇ ਸੀ, ਜਿੰਨੇ ਵੀ ਧਾਰਮ ਸਾਰੇ ਉਹ ਕਿੰਨਰ 50 ਤਾਂਤਰਿਕ ਬੁੱਧੀ ਵਾਲੇ। ਕਈ ਕੋਟ ਭੂਤ ਜਿਨ੍ਹਾਂ ਨੂੰ ਸਰੀਰ ਨਹੀਂ ਮਿਲਿਆ, ਪਿੱਛੇ ਬੈਠੇ ਨੇ ਹਲੇ। ਪ੍ਰੇਤ ਬਾਣੀ ਵਿੱਚ ਕਿਹਨੂੰ ਕਿਹਾ? ਮੋਹ ਮਾਇਆ ਪ੍ਰੇਤ ਹੈ, ਜਿਹੜੇ ਮਾਇਆ ਨੂੰ ਚਿੰਬੜਿਆ। ਆਪਾਂ ਵੀ ਕਹਿ ਦਿੰਦੇ ਹਾਂ ਵੀ ਕਿਵੇਂ ਪ੍ਰੇਤ ਬਣ ਕੇ ਚਿੰਬੜਿਆ, ਹੋਰ ਕੋਈ ਪ੍ਰੇਤ ਨਹੀਂ ਹੁੰਦਾ। ਸ਼ੁਕਰ ਮਿਰਕਾਚ, ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾਂਦੀ। ਸਭ ਤੇ ਨੇੜੇ ਸਭੂ ਤੇ ਦੂਰ, ਨਾਨਕ ਆ ਪਲਪਤ ਰਿਹਾ ਪ੍ਰਭੂ। ਸਭ ਦੇ ਨੇੜੇ ਹੈ, ਤਾਈਓ ਤਾਂ ਸਾਰਿਆਂ ਦੀ ਪਾਲਣਾ ਹੋ ਰਹੀ ਹੈ। ਦੂਰ ਕਿਉਂ ਬਣਿਆ? ਸਾਡੀ ਪਕੜ ਤੋਂ ਪਰੇ, ਅਸੀਂ ਬਾਹਰ ਲੱਭਦੇ ਹਾਂ ਤਾਂ ਦੂਰ ਬਣਿਆ। ਸਭ ਤੇ ਨੇੜੇ, ਬਹੁਤ ਨੇੜੇ ਹੈ ਸਾਡੇ ਕੁਦਰਤ। ਅਸੀਂ ਸੋਚ ਕਰਕੇ ਦੂਰ ਕਰਨੀ ਆਪੋ ਆਪਣੀ, ਕਿ ਨੇੜੇ ਕੇ ਦੂਰ। ਹੁਣ ਆਪਾਂ ਗੁਰੂ ਦੇ ਅਨੁਸਾਰ ਚੱਲਾਂਗੇ, ਗੁਰੂ ਭਗਤਾਂ ਦਾ ਸਾਏ ਅਨੁਸਾਰ ਆਪਾਂ ਇਹ ਮਾਰਗ 'ਤੇ ਚੱਲਾਂਗੇ, ਆਪਾਂ ਨੇੜੇ ਹੋ ਜਾਣਾ। ਉਹੀ ਤਾਂ ਬਾਣੀ ਦੂਰੀ ਆਪਣਾ ਤੈਅ ਕਰਦੀ ਹੈ। ਜਿਹੜੀ ਆਪਣੀ ਦੂਰੀ ਪੈ ਗਈ, ਗੁਰ ਚੇਲੇ ਕੀ ਸੰਧ ਮਿਲਾਵੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ। ਨਰਕ ਸੁਰਗ ਨਿਵਾਸੀ ਜਿਹੜੇ ਜੰਮਦੇ ਮਰਦੇ ਰਹਿੰਦੇ ਨੇ, ਪਤਾਲ ਕੇ ਵਾਸੀ ਜਿਹੜੇ ਹਿਰਦੇ 'ਚ ਆਪਦੇ ਮੋਲ ਨਾ ਸਮਾ ਜਾਂਦੇ ਨੇ। ਹੋਰ ਕੋਈ ਪਤਾਲ ਦੀ ਗੱਲ ਨਹੀਂ ਹੈਗੀ, ਇੱਥੇ ਆਤਮਾ ਦੀ ਗੱਲ ਹੈ, ਸੰਸਾਰੀ ਮਾਇਆ ਦੀ ਗੱਲ ਨਹੀਂ ਹੈਗੀ। ਰਚਨਾ ਦੀ ਗੱਲ ਹੈ, ਮਾਇਆ ਦੀ ਹੈ, ਔਰ ਆਤਮਾ ਬਾਰੇ ਵੀ ਸਮਝਾਇਆ ਗਿਆ। ਕਈ ਕੋਟ ਪਤਾਲ ਕੇ ਵਾਸੀ ਜਿਹੜੇ ਆਪਦੇ ਮੂਲ ਹਰ ਨਾਲ ਜੁੜ ਜਾਂਦੇ, ਹਿਰਦੇ ਚਲੇ ਜਾਂਦੇ ਨੇ। ਪਤਾਲ ਤੋਂ ਪਾਇਆ ਤਾਲ ਭਾਵ ਥੱਲੇ। ਕਈ ਕੋਟ ਨਰਕ ਸੁਰਗ ਨਿਵਾਸੀ ਜੰਮਦੇ ਮਰਦੇ ਰਹਿੰਦੇ ਨੇ, ਕਰੋੜਾਂ ਹੀ ਨੇ ਉਹ ਵੀ। ਕਈ ਕੋਟ ਜਨਮੇ ਜੀਵੇ ਮਰੇ, ਜਨਮ ਸਾਰ ਹੀ ਮਰ ਜਾਂਦੇ ਨੇ। ਕਈ ਕੋਟ ਬਹੁਤ ਜੂਨੀ ਫਿਰੇ, ਕੋਈ ਜੂਨੀਆਂ 'ਚ ਘੁੰਮਦੇ ਰਹਿੰਦੇ ਨੇ, ਇਹਦੀ ਵੀ ਗਿਣਤੀ ਨਹੀਂ ਕੀਤੀ ਜਾਂਦੀ। ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੇ ਤੱਕ ਪਾਏ। ਥੱਕ ਜਾਂਦੇ ਨੇ ਬੈਠੇ, ਬਨਸਪਤੀ ਬੈਠੀ ਖਾਂਦੀ ਹੈ, ਹੁਣ ਬੈਠਿਆਂ ਨੂੰ ਸਭ ਕੁਛ ਪਾਣੀ, ਸਭ ਕੁਛ ਸਪਰੇ ਆਪਾਂ ਕਰਦੇ ਹਾਂ। ਇਹ ਸਾਰਾ ਉਹਦਾ ਖੇਲ ਹੈ। ਕਈ ਕੋਟ ਘਾਲੇ ਤੱਕ ਪਾਏ, ਕਈ ਘਾਲ ਕਰਦੇ ਥੱਕ ਜਾਂਦੇ ਆ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੇ ਚਿੰਤ। ਕਈ ਬਹੁਤ ਧਨਵੰਤ ਬਣਾਤੇ, ਉਹਨੇ ਕੰਮ ਲੈਣਾ ਉਹਨਾਂ ਤੋਂ। ਰਾਜੇ ਬਣਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਦੌਲਤ ਦਾ ਕਿੰਨੀ ਕਾ, ਧਨਵੰਤ ਬਣਾਤੇ। ਕਈ ਕੋਟ ਮਾਇਆ ਮੇ ਚਿੰਤ, ਕਈ ਮਾਇਆ ਇਕੱਠੀ ਕਰਨ ਲੱਗੇ, ਉਹਦੇ ਅੰਦਰ ਮਾਇਆ ਦੀ ਚਿੰਤਾ ਬਣੀ ਰਹਿੰਦੀ ਹੈ। ਪਰ ਆਪਾਂ ਇਹ ਤੋਂ ਉੱਪਰ ਉੱਠਣਾ ਵਾ, ਸਾਰਾ ਕੁਛ ਉਹਦੇ ਹੱਥ 'ਚ ਹੈ। ਆਪਾਂ ਪਿੱਛੇ ਪੜ੍ਹਿਆ ਵਾ, ਆਵਣ ਜਾਣ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਾਇਆ ਉਹਦੀ ਆਗਿਆ ਤੋਂ ਬਿਨਾਂ ਕਿਵੇਂ ਮਿਲੂਗੀ ਸਾਨੂੰ? ਸਰੀਰ ਕਰਕੇ ਉਹ ਸਾਰਿਆਂ ਨੂੰ ਦਿੰਦਾ ਹੀ ਹੈ। ਜੈ ਜੈ ਭਾਣਾ ਤਹਿ ਤੇ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹੱਥ। ਸਤਿਗੁਰ ਤੈਂ ਸਮਝਾਉਂਦੇ ਆ, ਜਿੱਥੇ ਕਿਸੇ ਨੂੰ ਰੱਖਿਆ ਉਹਦੇ। ਜੇ ਭਿਖਾਰੀ ਆ ਉਹ ਵੀ ਉਹਦਾ ਹੁਕਮ ਹੈ, ਰਾਜਾ ਉਹ ਵੀ ਉਹਦਾ ਹੁਕਮ। ਇੱਕ ਦਾਤੀ ਇੱਕ ਭਿਖਾਰੀ, ਸਭ ਤੇਰੇ ਚੋਜ ਬਿਠਾਣਾ, ਉਹ ਵੀ ਰਚਨਾ ਦੀ ਗੱਲ ਹੀ ਹੈ, ਖੇਲ ਹੈ ਉਹਦਾ ਭਾਈ। ਨਾਨਕ ਸਭ ਕੁਛ ਪ੍ਰਭ ਕੇ ਹੱਥ। ਫਿਰ ਆਪਣੇ ਹੱਥਾਂ ਹੈ ਨਹੀਂ ਭਾਈ, ਸਾਰਾ ਕੁਛ ਉਹਦੇ ਹੱਥ। ਜਿਹਦੇ ਹੱਥ 'ਚ ਫਿਰ ਆਪਾਂ ਉਹਦੀ ਅੱਗੇ ਬੇਨਤੀ ਕਰੀ, ਉਹੀ ਤਾਂ ਆਪਾਂ ਅਰਦਾਸ ਕਰਨੀ ਹੈ। ਤੁਮ ਠਾਕਰ ਤੁਮ ਪੇ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਸਾਰਾ ਕੁਛ ਤਾਂ ਤੇਰਾ ਦਾਤਾ, ਫਿਰ ਤੇਰੇ ਅੱਗੇ ਬੇਨਤੀ ਕਰੀਏ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਕਈ ਕੋਟ ਪਏ ਵੈਰਾਗੀ, ਰਾਮ ਨਾਮ ਸੰਗਤਿਨ ਲਿਵ ਲਾਗੀ। ਆਪਾਂ ਵੈਰਾਗੀ ਵਸਤਾਂ ਨੂੰ ਵਿਚਾਰੀਏ। ਵੈਰਾਗੀ ਇੱਕ ਫਿਰਗਾ ਜੋਗੀ, ਜਿਵੇਂ ਜੋਗੀ ਨੇ, ਇਵੇਂ ਇੱਕ ਸਾਧਨ ਦਾ ਫਿਰਕਾ, ਘਰ ਬਾਰ ਛੱਡ ਕੇ ਚਲੇ ਜਾਂਦੇ ਨੇ। ਵਿਰਾਗ ਹੋ ਗਿਆ ਜੀ ਕਹਿੰਦੇ ਸਨ, ਉਹ ਬਾਹਰ ਲੱਭਦੇ ਫਿਰਦੇ ਨੇ। ਬੇਰਾਗ ਹੁੰਦਾ ਹੈ ਗੁਰਮਤਿ ਅਨੁਸਾਰ ਮਨ ਦਾ ਚੁੱਪ ਕਰ ਜਾਣਾ। ਪਹਿਲਾਂ ਸਾਡੇ ਅੰਦਰ ਕੀ ਹੈ? ਰਾਗ। ਫਿਰ ਕੀ ਹੈ? ਵੈਰਾਗ। ਫਿਰ ਤੀਜੀ ਅਵਸਥਾ ਕੀ ਹੈ? ਅਨੁਰਾਗ। ਸੱਚਖੰਡ ਵਸੇ ਅਨੁਰਾਗੀ। ਜਦੋਂ ਅਨੁਰਾਗੀ ਹੁੰਦਾ, ਅਨੁਸਾਰ ਚੱਲਦਾ ਹੁਕਮ ਦੇ, ਸੱਚਖੰਡ ਵਾਸੀ ਹੁੰਦਾ। ਜਦੋਂ ਵੈਰਾਗੀ ਹੁੰਦਾ, ਉਹਦੀ ਭਗਤੀ 'ਚ ਬੈਠਾ ਵਾ, ਉਹਦੇ ਗੁਣ ਗਾਉਂਦਾ ਵਾ, ਕੋਈ ਇੱਛਾ ਨਹੀਂ ਕਰਦਾ ਹੈਗਾ। ਜਦੋਂ ਰਾਗੀ ਹੈ, ਉਦੋਂ ਮਾਇਆ ਮੰਗਦਾ ਵਾ। ਜਿਹੜੇ ਅਸੀਂ ਬਾਣੀ 'ਚ ਵੀ ਗਾਉਂਦੇ ਹਾਂ ਵੀ ਕੀਰਤਨ ਪ੍ਰਧਾਨਾਂ ਨੂੰ ਸਮਝਦੇ ਨਹੀਂ ਹੈਗੇ। ਪਹਿਲਾਂ ਸਵਾਲ ਹੈ, ਫਿਰ ਜਵਾਬ ਹੈ। ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਧਿਆਨ ਕੀਰਤਨ ਹੈ ਭਾਈ, ਧਿਆਨ ਤੋਂ ਬਿਨਾਂ ਲਾਏ ਬਿਨਾਂ ਜਸ ਨਹੀਂ ਹੁੰਦਾ ਉਹਦਾ। ਜਿਹੜਾ ਅਸੀਂ ਜਿਹਨੂੰ ਕੀਰਤਨ ਕਹਿੰਦੇ ਹਾਂ, ਉਹ ਰਾਗ ਹੈ। ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਤ ਕਰ, ਨਾ ਭੀਜੇ ਰਾਮ ਰਾਜੇ। ਰਾਮ ਨਾਮ ਸੰਗਤਿਨ ਲਿਵ ਲਾਗੀ। ਕਿਉਂ? ਰਾਮ ਨਾਮ ਆਪਦੇ ਮੂਲ ਨਾਲ ਉਹਨਾਂ ਨੂੰ ਗਿਆਨ ਹੋ ਗਿਆ, ਉਹਨਾਂ ਦੀ ਆਤਮਾ ਪ੍ਰਾਤਮਾ ਆਪਦੇ ਹਰ ਮੂਲ ਨਾਲ ਜੁੜ ਗਈ, ਉਹ ਵੈਰਾਗ ਹੋ ਗਿਆ। ਵੈਰਾਗ ਤੋਂ ਭਾਵ ਮਨ ਬੁੱਧੀ ਚੁੱਪ ਕਰ ਗਏ, ਉਹਦੇ ਭਾਣੇ 'ਚ ਬੈਠੇ ਨੇ। ਜੋ ਦੇਵੇ ਸੋ ਖਾਈ। ਕਲਪਨਾ ਖਤਮ ਹੋ ਗਈ, ਕਾਲ ਤੋਂ ਛੁਟਕਾਰਾ ਹੋ ਗਿਆ, ਭਗਤੀ ਸ਼ੁਰੂ ਹੋ ਗਈ। ਵੈਰਾਗ 'ਚ ਜਾ ਕੇ ਭਗਤੀ ਸ਼ੁਰੂ ਹੁੰਦੀ ਹੈ। ਜਦੋਂ ਉਹਦੀ ਕਿਰਪਾ ਹੁੰਦੀ ਹੈ, ਫਿਰ ਅਨੁਰਾਗ ਹੁੰਦਾ ਹੈ, ਸੱਚਖੰਡ ਵਾਸੀ ਬਣ ਜਾਂਦਾ। ਆਪਾਂ ਪਿੱਛੇ ਵਿਚਾਰਿਆ ਸੀ, 4 ਪਦਾਰਥ ਜੇ ਕੋ ਮੰਗੇ ਸਾਜੇ ਨਾ ਕੀ ਸੇਵਾ ਲਾਗੇ। 4 ਪਦਾਰਥਾਂ ਦੀ ਪ੍ਰਾਪਤੀ ਕਰਨੀ ਆਪਾਂ। ਗਿਆਨ ਤੋਂ ਬਾਅਦ ਫਿਰ ਸਾਨੂੰ ਸੰਤੋਖ ਮਿਲਦਾ। 2 ਪਦਾਰਥ ਮਿਲ ਜਾਂਦੇ ਨੇ। ਸੰਤੋਖ ਹੁੰਦੀ ਹੈ ਮੁਕਤੀ, ਗਿਆਨ ਹੁੰਦਾ ਹੈ
ਮਨ ਨੂੰ ਬੰਨ੍ਹ ਲੈਣਾ ਗਿਆਨ ਨਾਲ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ। ਮਨ ਦੇ ਵਿੱਚੋਂ ਲੱਭ ਲੈਂਦੇ, ਆਤਮ ਹੁੰਦਾ ਮਨ, ਜਿਹੜੇ ਖੋਜਦੇ ਨੇ। ਆਪਾਂ ਕਹਿੰਦੇ ਵੀ ਰੋਜ਼ ਜੋ ਪ੍ਰਭ ਕੋ ਮਿਲਵਾ ਚਾਹੇ ਖੋਜ ਸ਼ਬਦ ਮਿਲ, ਖੋਜਦੇ ਨਹੀਂ, ਅਸੀਂ ਕਹਾਣੀਆਂ ਹੀ ਪੜ੍ਹਦੇ ਹਾਂ। ਅਸੀਂ ਸਮਝਦੇ ਨਹੀਂ, ਸਾਨੂੰ ਗੁਰੂ ਸਾਹਿਬ ਸਮਝਾ ਰਹੇ ਉਹਨੂੰ ਅਸੀਂ ਐਂ ਸਮਝਦੇ ਹਾਂ ਵੀ ਜਿਵੇਂ ਕਹਾਣੀਆਂ ਹੁੰਦੀਆਂ ਨੇ। ਨਹੀਂ ਭਾਈ, ਸੱਚ ਹੈ ਬਾਣੀ। ਸਾਡੀ ਬੁੱਧ ਬਲ ਨਾ ਹੋਣ ਕਰਕੇ ਸਾਨੂੰ ਯਕੀਨ ਨਹੀਂ ਆਉਂਦਾ ਹੈਗਾ। ਅੱਗੇ ਸਤਿਗੁਰ ਕੀ ਸਮਝਾਉਂਦੇ ਹੋ, ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼। ਜਦੋਂ ਸੱਚ ਦਾ ਗਿਆਨ ਹੁੰਦਾ ਹੈ ਫਿਰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਅਵਿਨਾਸੀ ਉਹ ਮਿਲ ਜਾਂਦਾ ਹੈ। ਆਪਦੀ ਮੂਲ ਨਾਲ ਟੁੱਟੀ ਹੁੰਦੀ ਹੈ ਆਤਮਾ, ਫਿਰ ਦੁਬਾਰਾ ਦਰਸ਼ਨ ਹੋ ਜਾਂਦਾ ਹੈ। ਜਿਸ ਮਨ ਪਾਰ ਬ੍ਰਹਮ ਕੀ ਭੂਖ, ਨਾਨਕ ਤਿਸੇ ਨਾ ਲਾਗੇ ਦੁੱਖ। ਰਹਿ ਚ ਵੀ ਆਪਾਂ ਲੈ ਲੈਂਦੇ ਹਾਂ, ਸਾਚੇ ਨਾਮ ਕੀ ਲਾਗੇ ਭੂਖ, ਭੁੱਖ ਖਾਏ ਚੱਲੀਏ ਦੁੱਖ ਸਾਰੇ ਕੱਚੇ ਖਾਧੇ ਜਾਂਦੇ। ਉਹਦੀ ਭੁੱਖ ਦੇ ਵਿੱਚ ਹੀ ਦੁੱਖਾਂ ਦਾ ਨਹੀਂ ਪਤਾ ਲੱਗਦਾ। ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ। ਸੱਚ ਦਾ ਗਿਆਨ ਹੋ ਜਾਂਦਾ ਹੈ, ਸੱਚ ਦਾ ਗਿਆਨ ਭਾਲਦੇ, ਸਤਸੰਗ ਭਾਲਦੇ ਨੇ। ਅਸੀਂ ਸਤਸੰਗ ਤੋਂ ਬਾਹਰ ਬਣਾਈ ਜਾਂਦੇ, ਉਹ ਸਰੀਰ ਕਰਕੇ ਆ ਭਾਈ। ਸੱਤ ਤਾਂ ਪਰਮੇਸ਼ਰ ਹੈ, ਜਦ ਤੱਕ ਪਰਮੇਸ਼ਰ ਦਾ ਭਾਵ ਹੁਕਮ ਦਾ ਸਾਨੂੰ ਸਮਝ ਨਹੀਂ ਆਉਂਦੀ ਗੱਲ, ਹਰ ਦੇ ਨਾਲ ਸਾਡਾ ਮਿਲਾਪ ਨਹੀਂ ਹੁੰਦਾ, ਆਤਮਾ ਪ੍ਰਾਤਮਾ ਦਾ ਦਰਸ਼ਨ ਨਹੀਂ ਕਰਦੀ, ਸੱਚ ਦਾ ਦਰਸ਼ਨ ਨਹੀਂ ਕਰਦੀ, ਸਤਸੰਗ ਕਿੱਥੋਂ ਹੋ ਗਈ ਸਾਡੀ? ਉਹ ਬਾਹਰਲੀ ਹੈ, ਸਾਨੂੰ ਭਰਮ ਪੈ ਜਾਂਦਾ ਵਾ। ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਸਦਾ ਤਨ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਉਹ ਧਨ ਹੋ ਜਾਂਦੇ ਨੇ, ਨਾਮ ਧਨ ਉਹਨਾਂ ਕੋਲ ਹੋ ਜਾਂਦਾ ਹੈ, ਉਹਦੀ ਕਿਰਪਾ ਨਾਲ ਮਿਲਦਾ ਇਹ ਪਾਰ ਬ੍ਰਹਮ। ਜਨ ਕੀਨੋ ਦਾਨ, ਜਨ ਨੂੰ ਦਾਨ 'ਚ ਮਿਲਿਆ ਹੁੰਦਾ, ਇਹ ਫਰੀ 'ਚ ਮਿਲਦਾ, ਫਰੀ 'ਚ ਹੀ ਵੰਡੀਦਾ ਵਾ। ਭਗਤ ਕਬੀਰ ਜੀ ਤਾਂ ਉਹੀ ਸਮਝਾ ਰਿਹਾ ਆਪਾਂ ਨੂੰ, ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਏਂਗੇ ਸੂਟ। ਫਿਰ ਭਾਈ ਪਛਤਾਵਾਂਗੇ ਜਦੋਂ ਸਮਾਂ ਨਿਕਲ ਜਾਣਾ ਵਾ। ਇਹ ਤਾਂ ਫਰੀ 'ਚ ਮਿਲਦਾ, ਫਰੀ 'ਚ ਉਹਦੀ ਕਿਰਪਾ ਹੈ। ਇਹ ਫਰੀ 'ਚ ਲੈਣਾ, ਆਪਾਂ ਫਰੀ 'ਚ ਹੀ ਵੰਡਣਾ ਵਾ। ਨਾਨਕ ਤੇ ਜਨ ਸਦਾ ਧਨ, ਜਿਹੜੀ ਉਹ ਜਨ ਜਾਣਕਾਰ, ਜਨ ਕੀ ਹੁੰਦੇ ਨੇ? ਜਾਣਕਾਰ। ਧਨ ਧਨ ਜਨ ਆਇਆ ਜਹ ਪ੍ਰਸਾਦ ਜਗਤ ਰਾਇਆ। ਉਹ ਜਾਣ ਲੈਂਦੇ ਨੇ ਸਾਰੀ ਖੇਲ, ਪਹਿਲਾਂ ਤਾਂ ਆਪ ਪ੍ਰਾਪਤੀ ਕਰਦੇ, ਫਿਰ ਦੂਜਿਆਂ ਨੂੰ ਦਿੰਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਈ ਕੋਟ ਖਾਣੀ ਔਰ ਖੰਡ, ਕਈ ਕੋਟ ਆਕਾਸ਼ ਬ੍ਰਹਮੰਡ। ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ। ਅਨੇਕਾਂ ਧਰਮਾਂ ਨੇ ਅਲੱਗ ਅਲੱਗ ਮੰਨੇ ਨੇ, 24 ਅਵਤਾਰ ਮੰਨੇ ਨੇ, ਕਿਸੇ ਨੇ ਕੁਛ ਮੰਨਿਆ, ਪਰ ਸਾਡਾ ਉਹ ਵਿਸ਼ਾ ਨਹੀਂ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ, ਕੀ ਕਹਿੰਦੇ ਨੇ? ਅਵਤਰ ਆਏ ਤੁਮ ਕਿਆ ਕੀਨਾ, ਰਾਮ ਕਾ ਨਾਮ ਕਬੂ ਨਾ ਲੀਨਾ। ਸਰੀਰ ਧਾਰ ਕੇ ਅਵਤਾਰ ਹੋ ਕੇ ਕੀ ਕੀਤਾ ਭਾਈ? ਆਪਦੇ ਰਾਮ ਮੂਲ ਦਾ ਨਾਮ ਤਾਂ ਕਦੇ ਲਿਆ ਨਹੀਂ, ਨਾ ਤਾਂ ਉਹਨੂੰ ਜਾਣਿਆ, ਤਾਂ ਕਦੇ ਉਹਦਾ ਦਰਸ਼ਨ ਤਾਂ ਕੀਤਾ ਨਹੀਂ। ਕੀ ਕੀਤਾ ਫਿਰ ਸੰਸਾਰ 'ਚ ਆ ਕੇ? ਉਹੀ ਸਤਿਗੁਰ ਸਮਝਾਉਂਦੇ ਆ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ। ਪਤਾ ਨਹੀਂ ਕਿੰਨੀ ਕਿਹੜੀ ਸੰਸਾਰ ਦਾ ਵਿਸਤਾਰ ਕੀਤਾ ਕੁਦਰਤ ਨੇ, ਉਹੀ ਜਾਣਦੀ ਹੈ ਕੁਦਰਤ। ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਇੱਕ ਕਰ ਆਪ ਇੱਕ ਹੀ ਹੈ। ਉਹ ਆਦਿ ਸੱਚ ਹੈ, ਉਹ ਜੰਮਣ ਮਰਨ ਤੋਂ ਪਰੇ ਹੈ, ਸਾਡੀ ਪਕੜ ਤੋਂ ਵੀ ਪਰੇ ਹੈ। ਉਹਦਾ ਤਾਂ ਦਰਸ਼ਨ ਕਰਨਾ ਹੈ ਆਪਾਂ, ਪਰ ਜਦ ਤੱਕ ਇੱਕ ਨਹੀਂ ਹੁੰਦੇ ਉਹਦਾ ਦਰਸ਼ਨ ਕਿਵੇਂ ਕਰਾਂਗੇ? ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਭ ਮੈਂ ਸਮਾਤ। ਅਨੇਕਾਂ ਵਿਧੀਆਂ ਨੇ ਸ੍ਰਿਸ਼ਟੀ ਸਾਜੀ ਹੈ, ਉਹ 'ਚੋਂ ਪੈਦਾ ਹੁੰਦੇ ਆ, ਉਹ 'ਚ ਹੀ ਸਮਾ ਜਾਂਦੇ ਨੇ। ਕਿਵੇਂ ਸਮਾਉਂਦੇ ਨੇ? ਉਹਦੇ ਹੁਕਮ ਨਾਲ, ਹੁਕਮ ਨਾਲ ਹੀ ਲੱਗ ਹੁੰਦੇ ਨੇ, ਹੁਕਮ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ। ਜੰਮਣਾ ਮਰਨਾ ਹੁਕਮ ਹੈ, ਪਾਣੀ ਆਵੇ ਜਾਏ, ਤਾਂ ਕਾ ਅੰਤ ਨਾ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਉਹ ਆਪ ਹੀ ਹੈ ਭਾਈ, ਉਹਦਾ ਅੰਤ ਕਿਵੇਂ ਜਾਣ ਲਾਂਗੇ? ਹੁਣ ਤਾਂ ਸ੍ਰਿਸ਼ਟੀ ਸਾਜੀ ਹੈ, ਸਾਨੂੰ ਤਾਂ ਸ੍ਰਿਸ਼ਟੀ ਦੀ ਮਾਇਆ ਦੀ ਨਹੀਂ ਸਮਝ ਆਉਂਦੀ। ਪਹਿਲਾਂ ਸਾਨੂੰ ਮਾਇਆ ਦਾ ਗਿਆਨ ਹੋ, ਫਿਰ ਮਾਇਆ ਦੇ ਪਤੀ ਦਾ ਗਿਆਨ ਹੋ। ਆਓ ਸਾਰੇ ਮਿਲ ਕੇ ਉਹਨੂੰ ਵਿਚਾਰਦੇ ਰਹੀਏ, ਸਮਝਦੇ ਰਹੀਏ। ਆਪਾਂ ਕੀ ਸਮਝਾਉਣਾ ਚਾਹੁੰਦੇ? ਸਤਿਗੁਰ ਦੋ ਹੀ ਪੱਖ ਸਮਝਾਉਂਦੇ ਆ। ਮਾਇਆ ਨੂੰ ਨਿਖੇੜ ਕੇ ਆਪਾਂ ਨੂੰ ਨਿਰਾਕਾਰ ਭਾਵ ਤੋਂ ਰਹਿਤ ਦੁਨੀਆ ਦਾ ਗਿਆਨ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। 8ਵਾਂ ਪਦਾ ਰਹਿ ਗਿਆ। ਸਤਿਗੁਰ ਕੀ ਸਮਝਾਉਂਦੇ ਆ, ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ। ਉਹ ਦਾਸਾਂ ਦਾ ਮਾਰਗ ਹੈ ਭਾਈ। ਨਾਨਕ ਦਾਸ ਮੁਕਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਪਰ ਅਸੀਂ ਤਾਂ ਵੱਡੇ ਵੱਡੇ ਰੁਤਬੇ ਪ੍ਰਾਪਤ ਕਰ ਲੈਂਦੇ ਹਾਂ, ਬ੍ਰਹਮ ਗਿਆਨੀ ਬਣ ਜਾਂਦੇ ਹਾਂ, ਸਤਿਗੁਰ ਬਣ ਜਾਂਦੇ ਹਾਂ, ਸੰਤ ਬਣ ਜਾਂਦੇ ਹਾਂ। ਉਹ ਸਰੀਰ ਕਰਕੇ ਭਾਈ ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਅਸੀਂ ਦਾਸ ਬਣਨਾ, ਦਾਸਾਂ ਦਾ ਮਾਰਗ ਹੈ। ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ। ਉਹਨਾਂ ਨੂੰ ਆਤਮ ਗਿਆਨ ਹੁੰਦਾ। ਪਿੱਛੇ ਪਾਸ਼ਟ ਪੜ੍ਹੀ ਸੀ, ਅਸ਼ਟਪਦੀ ਪੜ੍ਹੀ ਸੀਗੀ। ਔਰ ਤਾਰੇ ਜੋ ਅੰਤਰ ਨਾਮ ਸਰਬ ਮੇ ਪੇਖੇ ਭਗਵਾਨ, ਨਿਮਕ ਨਿਮਕ ਠਾਕਰ ਨਮਸਕਾਰੇ, ਨਾਨਕ ਉਹ ਪਰਸ। ਉਹੀ ਤਾਂ ਪਰਸ ਹੈ, ਸਗਲ ਨਿਸਤਾਰੇ, ਸਾਰਿਆਂ ਨੂੰ ਉਤਾਰ ਸਕਦਾ। ਉਹਨੂੰ ਸੱਚ ਦਾ ਗਿਆਨ ਹੋ ਜਾਂਦਾ, ਜਿਹਨੂੰ ਆਤਮ ਪ੍ਰਗਾਸ ਹੋ ਜਾਂਦਾ, ਦੂਏ ਨੂੰ ਵੀ ਕਰਾ ਸਕਦਾ ਭਾਈ। ਉਹੀ ਤਾਂ ਸੇਵਕ ਹੈ। ਕਈ ਕੋਟ ਤੱਤ ਕੇ ਵੇਤੇ, ਸਦਾ ਨਿਹਾਰੋ ਏਕੋ ਨੇਤਰੇ। ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ। ਜਿਹੜੇ ਤੱਤ ਗਿਆਨੀ ਹੁੰਦੇ ਨੇ, ਗੁਰਸਿੱਖ ਨੇ, ਜਿਹੜੇ ਆਤਮ ਖੁਰਾਕ ਭਾਵ ਬ੍ਰਹਮ ਗਿਆਨ ਵਿਚਾਰਦੇ ਨੇ,
ਸਦਾ ਨਿਹਾਰੋ ਏਕੋ ਨੇਤਰ, ਇੱਕ ਦਾ ਦਰਸ਼ਨ ਕਰਦੇ ਨੇ, ਇੱਕ ਨੂੰ ਹੀ ਦੇਖਦੇ ਨੇ। ਕਈ ਕੋਟ ਨਾਮ ਰਸ ਪੀਵੇ, ਅਮਰ ਪੈ ਸਦ ਸਦ ਹੀ ਜੀਵੇ। ਅਮਰ ਕਥਾ ਹੈ ਬਾਣੀ ਭਾਈ, ਹਰ ਕਥਾ ਹੈ ਸਭ ਤੇ ਉੱਤਮ ਹਰ ਕੀ ਕਥਾ। ਜੋ ਇਹਨੂੰ ਸੁਣਨਗੇ ਉਹ ਅਮਰ ਹੋ ਜਾਣਗੇ, ਕਾਲਣ ਦੇ ਨੇੜੇ ਵੀ ਨਹੀਂ ਆ ਸਕਦਾ। ਜੇ ਅਸੀਂ ਇਹਨੂੰ ਸੁਣੀਏ ਵਿਚਾਰਾ, ਸਾਨੂੰ ਇਹ ਪ੍ਰਾਪਤੀ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਸਤਿਗੁਰਾਂ ਦੇ ਵਚਨ ਨੇ, ਅਮਰ ਪੈ ਸਦ ਸਦ ਹੀ ਜੀਵੇ, ਸਦਜੀਵਨ ਮਿਲ ਜਾਂਦਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਉਹੀ ਤਾਂ ਸੱਚ ਦਾ ਨਾਮ, ਸੱਚ ਦਾ ਉਚਾਰਨ ਕਰਦੇ ਨੇ ਭਾਈ। ਸਦਜੀਵਨ ਮਿਲ ਜਾਂਦਾ ਉਹਨਾਂ ਨੂੰ, ਮਰ ਕੇ ਜਿਉਂਦੇ ਹੋ ਜਾਂਦੇ ਨੇ। ਸਰੀਰ 'ਚ ਰਹਿੰਦੇ ਕਿਵੇਂ ਜਿਉਂਦੇ? ਇੱਛਾ ਤੋਂ ਮੁਕਤ ਹੋ ਕੇ। ਇੱਛਾ ਦਾ ਮਰਨਾ ਹੀ ਮਰਨਾ ਹੈ। ਸ਼ਬਦ ਮਰੇ ਪੁਨ ਜੀਵੇ, ਫਿਰ ਬਹੁਰ ਨਾ ਮਰਨਾ ਹੋਵੇ। ਇੱਛਾ ਜਦੋਂ ਮਰ ਜਾਂਦੀਆਂ ਨੇ, ਫਿਰ ਉਸ ਤੋਂ ਬਾਅਦ ਇਹ ਜਿਉਂਦਾ ਹੁੰਦਾ। ਸਦੀਵੀ ਇਹਨੂੰ ਜੀਵਨ ਮਿਲਦਾ ਵਾ, ਸਦਜੀਵਨ ਮਿਲਦਾ ਵਾ, ਫਿਰ ਇਹ ਜਸ ਕਰਦਾ ਵਾ ਉਹਦਾ। ਅਮਰ ਪੈ ਸਦ ਸਦ ਹੀ ਜੀਵੇ, ਕਈ ਕੋਟ ਨਾਮ ਗੁਣ ਗਾਵੇ। ਆਤਮ ਰਸ ਸੁਖ ਸਹਿ ਸਮਾਇਓ। ਸਹਿਜ ਦੁਨੀਆ 'ਚ ਹੁੰਦੇ ਨੇ, ਕੁਦਰਤ ਦੇ ਗੁਣ ਗਾਉਂਦੇ ਨੇ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾਂਦੀ। ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਉਹ ਪਰਮੇਸ਼ਰ ਕੇ ਪਿਆਰੇ। ਆਪਾਂ ਪਰਮੇਸ਼ਰ ਦੇ ਪਿਆਰੇ ਬਣਨਾ ਹੈ ਭਾਈ। ਇਕਸ ਪਿਤਾ ਇਕਸ ਕੇ ਹਮ ਬਾਰਕ, ਸਾਰੇ ਆਤਮਾ ਕਰਕੇ ਉਹਦੀ ਔਲਾਦ ਹੈ। ਮਾਇਆ ਕਰਕੇ ਸਾਡੇ ਅਲੱਗ-ਅਲੱਗ ਰਿਸ਼ਤੇ ਨੇ, ਸੰਸਾਰੀ ਰਿਸ਼ਤੇ ਨੇ, ਕੁੱਲਾਂ ਨੇ ਸਾਡੀਆਂ। ਇਹ ਤੋਂ ਆਪਾਂ ਉੱਪਰ ਉੱਠਣਾ ਵਾ। ਆਪਦੀ ਮਤ ਨਾਲ ਤਾਂ ਉੱਠ ਨਹੀਂ ਸਕਦੇ ਭਾਈ ਆਪਾਂ। ਗੁਰ ਕੀ ਮਤ ਤੋਂ ਲਿਹੋ ਆਣੇ, ਭਗਤੀ ਬਿਨਾ ਵੈ ਡੋਬੇ ਸਿਆਣੇ। ਜਿਨ੍ਹਾਂ ਨੇ ਭਗਤੀ ਛੱਡਤੀ ਭਾਈ, ਡੁੱਬ ਗਏ। ਆਪਾਂ ਗੁਰ ਕੀ ਮਤ ਨਹੀਂ ਛੱਡਣੀ। ਇਹ ਮਾਇਆ ਆਪਾਂ ਤੋਂ ਫਿਰ ਪਾਰ ਹੋਣੀਆਂ ਨਹੀਂ। ਆਪਾਂ ਆਪਣੀ ਮਤ ਨਾਲ ਨਹੀਂ ਪਾਰ ਕਰ ਸਕਦੇ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਉ ਜਲ ਜਗਤ ਨਾ ਜਾਈ ਤਰਨਾ। ਗੁਰਮੁਖ ਤਰ ਹਰ ਤਾਰੀ, ਹਰ ਕਥਾ ਹੈ ਭਾਈ। ਇਹਨੂੰ ਵਿਚਾਰਨਾ ਸੁਣਨਾ, ਜਿਹੜੇ ਸੁਣਗੇ ਉਹ ਅਮਰ ਹੋ ਜਾਣਗੇ। ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰੀਏ, ਆਪਾਂ ਨੂੰ ਵੀ ਪ੍ਰਾਪਤੀ ਹੋਏ, ਆਪਾਂ ਵੀ ਪਰਮੇਸ਼ਰ ਦੇ ਪਿਆਰੇ ਹੋਈਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਸੰਸਾਰ ਦਾ ਗਿਆਨ ਹੋਵੇ, ਕਿਵੇਂ ਆਤਮਾ ਆਉਂਦੀ ਹੈ, ਕਿਵੇਂ ਆਪਦੇ ਘਰ ਪਹੁੰਚਦੀ ਹੈ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਗੁਰੂ ਦੇ ਚਰਨਾਂ ਨਾਲ ਜੁੜੀਏ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।